ਪਹਿਲਾਂ ਕੇਂਦਰ ਸਰਕਾਰ ਕਹਿੰਦੀ ਸੀ ਕਿ 3 ਖੇਤੀ ਕਾਨੂੰਨਾਂ ਸਾਨੂੰ ਦੱਸੋ ਕੀ ਗਲਤ ਹੈ, ਪਰ ਹੁਣ ਕੇਂਦਰ ਸਰਕਾਰ ਦਾ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲੇ ਇਹਨਾਂ ਬਾਰੇ ਕੋਈ ਵੀ ਲਿਸਟ ਨਹੀਂ ਹੈਗੀ। ਪਹਿਲਾਂ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਸੀ ਉਹ ਕਿਹਾ ਕਰਦੇ ਸੀ ਕਿ ਇਹ ਰੱਦ ਨਹੀਂ ਹੋਣੀ। ਇਹ ਤਾਂ ਕਾਇਆ ਕਲਪ ਕਰਤੀ। ਇੱਥੋਂ ਤੱਕ ਕਿ ਜਿਹੜੇ ਨਾਲ ਦੇ ਭਾਈਵਾਲ ਸੀਗੇ ਪੰਜਾਬ ਵਾਲੇ ਉਹਨਾਂ ਨੇ ਵੀ ਬਥੇਰਾ ਇਹਦੇ ਤੇ ਸਾਥ ਦਿੱਤਾ। ਸਾਰਿਆਂ ਨੂੰ ਪਤਾ ਕਿ ਇਹ ਵਾਪਸ ਕਿਉਂ ਹੋਏ। ਇਹ ਕੋਈ ਸੌਖਿਆ ਨਹੀਂ। ਪ੍ਰਧਾਨ ਮੰਤਰੀ ਨੇ ਕਹਿਤਾ ਜਦੋਂ ਪਤਾ ਲੱਗ ਗਿਆ 29 ਵਿਧਾਨ ਸਭਾ 3 ਲੋਕ ਸਭਾ ਹਲਕਿਆਂ ਦੇ ਵਿੱਚ ਉਪ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੱਡਾ ਨੁਕਸਾਨ ਹੋਇਆ। ਅਗਲੀ ਸਰਕਾਰ 24 ਵਾਲੀ ਦੇ ਵਿੱਚ ਫਿਰ ਨਰਿੰਦਰ ਮੋਦੀ ਸਾਹਿਬ ਨੇ ਹੀ ਪ੍ਰਧਾਨ ਮੰਤਰੀ ਰਹਿਣਾ ਜਾਂ ਭਾਰਤੀ ਜਨਤਾ ਪਾਰਟੀ ਨੇ ਹੀ ਸੱਤਾ 'ਚ ਰਹਿਣਾ ਤਾਂ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਜਿੱਤਣੀਆਂ ਬਹੁਤ ਇਹਨਾਂ ਨੂੰ ਫਿਕਰ ਪੈ ਗਿਆ ਕਿ ਯੂਪੀ ਦੇ ਵਿੱਚ ਸਾਡਾ ਠੀਕਰਾ ਪੁੱਠਾ ਪੈ ਸਕਦਾ, ਸਾਡਾ ਪੁੱਠਾ ਵੱਜ ਸਕਦਾ ਸਾਰਾ ਕੁਝ। ਉਸ ਕਰਕੇ ਇਹਨਾਂ ਨੇ ਇਹ ਚੋਣਾਂ ਜਿਹੜੀਆਂ ਇਹ ਕਾਨੂੰਨ ਸੀ ਤਿੰਨੇ ਇਹ ਰੱਦ ਕੀਤੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹ ਲਗਾਤਾਰ ਬੀਜੇਪੀ ਦੀ ਜਿਹੜੀ ਸਪੋਰਟ ਕਰਦੇ ਨਜ਼ਰ ਆ ਰਹੇ ਸੀਗੇ। ਹੁਣ ਉਹਨਾਂ ਨੇ MSP ਦੀ ਜਿਹੜੇ ਕਾਨੂੰਨੀ ਗਰੰਟੀ ਨੂੰ ਲੈ ਕੇ ਵੀ ਆਪਣਾ ਬਿਆਨ ਜਾਰੀ ਕੀਤਾ। ਉਹਨਾਂ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਕਾਫੀ ਵਿਜ਼ਨ ਰੱਖਦੇ ਸੀ, ਪਰ ਇਹ ਸਰਕਾਰ ਜਿਹੜੀ 4.5 ਸਾਲ ਉਹਨਾਂ ਨੇ ਚਲਾਈ ਹੈ ਇਹਦੇ ਵਿੱਚ ਨਾ ਕੋਈ ਵਿਜ਼ਨ, ਨਾ ਕੋਈ ਲੈਣਾ, ਨਾ ਕੋਈ ਦੇਣਾ। ਮੰਨ ਲਓ ਜੇ ਇਸ ਵੇਲੇ 1944 ਰੁਪਏ ਝੋਨੇ ਦਾ ਭਾਅ ਐਲਾਨਿਆ ਪਿਆ, 1944 ਤੋਂ ਘੱਟ ਨਾ ਕੋਈ ਖਰੀਦੇ, ਉਸ ਤੋਂ ਵੱਧ ਜਿੰਨਾ ਕੋਈ ਮਰਜ਼ੀ ਖਰੀਦ ਲੇ। ਅੱਜ ਕੈਪਟਨ ਸਾਹਿਬ ਨੇ ਨਵਾਂ ਰਾਗ ਅਲਾਪਤਾ। ਕਦੇ ਉਹ ਕਹਿੰਦੇ ਹੁੰਦੇ ਸੀ ਕਿ MSP ਦੀ ਗਰੰਟੀ ਤੋਂ ਬਿਨਾਂ ਕਿਸਾਨ ਬਚਦਾ ਹੀ ਨਹੀਂ। ਅੱਜ ਭਾਰਤੀ ਜਨਤਾ ਪਾਰਟੀ ਨਾਲ ਜਾਰੀ ਪੈ ਗਈ ਤੇ ਵੋਟਾਂ ਉਹਨਾਂ ਨੇ ਕਿਸਾਨਾਂ ਦੀਆਂ ਨਹੀਂ ਲੈਣੀਆਂ। ਜਿਸ ਤਰ੍ਹਾਂ ਦਾ ਰਾਗ ਕੈਪਟਨ ਸਾਹਿਬ ਅਲਾਪਣ ਲੱਗੇ ਨੇ ਔਰ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਮੈਂ ਚੋਣ ਲੜਨੀ ਹੈ, ਜੇ ਇਸ ਤਰ੍ਹਾਂ ਦੇ 2 ਬਿਆਨ ਹੋਰ ਦੇਤੇ ਨਾ ਤਾਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਹੋਰ ਦੁਸ਼ਮਣ ਲੈਣ ਦੀ ਲੋੜ ਹੀ ਨਹੀਂ। ਭਾਰਤੀ ਜਨਤਾ ਪਾਰਟੀ ਦੀ ਸਮੁੰਦਰ ਝੜੀ ਖੜੀ ਆ ਨਾ। ਪੰਜਾਬ ਵੀ ਜਿੱਤਣਾ ਚਾਹੁੰਦੇ ਆ ਤੇ ਯੂਪੀ ਵੀ ਜਿੱਤਣਾ ਚਾਹੁੰਦੇ ਆ। ਇਸ ਤਰ੍ਹਾਂ ਦੇ ਬਿਆਨਾਂ ਦੇ ਨਾਲ ਇੱਕ ਕਿਸ਼ਤੀ ਜਿਹੜੀ ਆ ਉਹ ਕਿਨਾਰੇ ਲੱਗਣ ਵਾਲੀ ਨਹੀਂ, ਇੱਕ ਕਿਸ਼ਤੀ ਨੂੰ ਵਿੱਚੇ ਡੋਬਣ ਵਾਲਾ ਕੰਮ ਕਰ ਰਿਹਾ। ਕੈਪਟਨ ਸਾਹਿਬ ਜਿਹੜੀ ਕਿਸ਼ਤੀ ਦੇ ਵਿੱਚ ਚੜੇ ਹੋਏ ਨੇ ਉਹਦੇ 'ਚ ਹੀ ਮੋਰੀਆਂ ਕਰਦੇ ਫਿਰਦੇ ਨੇ। ਇਹ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਇਹ ਕਿਸਾਨਾਂ ਨੇ ਕਿਸੇ ਕੀਮਤ ਦੇ ਉੱਤੇ ਕਿਸੇ ਨੇ ਇਹਨੂੰ ਬਰਦਾਸ਼ਤ ਨਹੀਂ ਕਰਨਾ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ MSP ਤੇ ਹੋਰ ਮੁੱਦਿਆਂ ਦੇ ਲਈ ਅਸੀਂ ਕਮੇਟੀ ਬਣਾਵਾਂਗੇ ਜਿਸ ਦੇ ਵਿੱਚ ਉਹਨਾਂ ਨੇ 5 ਕਿਸਾਨਾਂ ਜਿਹੜੇ ਹੋਰ ਨਾਮ ਮੰਗੇ। ਉਹਨਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਕੁਝ ਮੰਤਰੀ ਉਹਦੇ 'ਚ ਹੋਣਗੇ, ਨੁਮਾਇੰਦੇ ਜੀ, ਰਾਜਾਂ ਦੀਆਂ ਸਰਕਾਰਾਂ ਦੇ ਵੀ ਹੋਣਗੇ ਜੀ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਜੀ, ਆਰਥਿਕ ਮਾਹਰ ਤੇ ਖੇਤੀ ਮਾਹਰ, ਇਹ ਸਾਰੇ ਉਹਦੇ ਵਿੱਚ ਸ਼ਾਮਲ ਕੀਤੇ ਜਾਣਗੇ। ਪਰ ਟੈਲੀਫੋਨ ਤੇ ਸ਼ਾਇਦ ਕਿਸਾਨਾਂ ਨਾਲ ਕਿਸੇ ਅਧਿਕਾਰੀ ਦੀ ਗੱਲ ਜਾਂ ਮੰਤਰੀ ਦੀ ਹੋਈ ਹੈ, ਪਰ ਅਜੇ ਤੱਕ ਲਿਖਤੀ ਤੌਰ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ। ਕਾਕਾ ਰਣਦੀਪ ਸਿੰਘ ਨਾਭਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਉਹਨਾਂ ਦਾ ਕਹਿਣਾ ਕਿ ਜੇਕਰ ਕੇਂਦਰ ਸਰਕਾਰ ਨੇ MSP ਨਾ ਦਿੱਤੀ ਤਾਂ ਪੰਜਾਬ ਸਰਕਾਰ ਹੈ ਜਿਹੜੀ ਉਹ 113 ਫਸਲਾਂ ਤੇ ਜਿਹੜੀ ਉਹ MSP ਦੇਵੇ। ਇਹੀ ਤਾਂ ਇੱਥੇ ਸਮੱਸਿਆ ਹੈ ਕਿ ਚੋਣ ਮਨੋਰਥ ਪੱਤਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਂਦੇ ਨੇ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ। ਕਿੱਥੋਂ ਦਿਓਗੇ, ਕਿਵੇਂ ਦਿਓਗੇ, ਇਹਦੇ ਬਾਰੇ ਵੀ ਕਾਕਾ ਰਣਦੀਪ ਸਿੰਘ ਨੂੰ ਦੱਸਣਾ ਚਾਹੀਦਾ ਹੈ। ਪੰਜਾਬ ਦੇ ਖਜ਼ਾਨੇ ਦੇ ਵਿੱਚ ਪਹਿਲਾਂ ਕਾਕਾ ਰਣਦੀਪ ਸਿੰਘ ਨੂੰ ਆਪਣੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ। ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛ ਲੈਣ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਦੀ ਚਰਚਾ ਕਰਦੇ ਹਾਂ। ਜੀ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦਾ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਉਹਨਾਂ ਦਾ ਸਵਾਗਤ ਕਰ ਰਹੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜਦੋਂ ਕੋਈ ਵੀ ਕੈਬਨਿਟ ਮੀਟਿੰਗ ਸੱਦਦੇ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਨੇ, ਤੇ ਅੱਜ ਵੀ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਆ। ਢਿੱਲੋਂ ਸਾਹਿਬ ਇਹਦੇ ਬਾਰੇ ਕੀ ਕਹਿਣਾ ਜੀ? ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਹੋਣੀ ਹੈ। ਉਸ ਮੀਟਿੰਗ ਦੇ ਵਿੱਚ ਜਿੱਥੇ ਹੋਰ ਫੈਸਲੇ ਲਏ ਜਾਣੇ ਆ ਉੱਥੇ ਕਿਹਾ ਜਾ ਰਿਹਾ ਕਿ 3 ਨਵੀਆਂ ਸਬ ਤਹਿਸੀਲਾਂ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਜੀ। ਇਹ ਵੱਖ-ਵੱਖ ਜਿਹੜੀ ਮੀਟਿੰਗ ਤੋਂ ਪਹਿਲਾਂ ਹੁਣ ਤੱਕ ਦੇ ਅੰਕੜੇ ਸਾਹਮਣੇ ਆਏ ਨੇ। ਅੱਜ ਦੇ ਏਜੰਡੇ ਵਿੱਚ 3 ਸਬ ਤਹਿਸੀਲ ਬਣਾਉਣ ਦਾ ਮਾਮਲਾ ਵੀ ਹੈਗਾ, ਜਿਹੜਾ ਕਿ ਵੱਖ-ਵੱਖ ਖੇਤਰਾਂ ਤੋਂ ਸੰਬੰਧਿਤ ਵਿਧਾਇਕ ਸਾਹਿਬਾਨਾਂ ਨੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ। ਮੁੱਖ ਮੰਤਰੀ ਸਾਹਿਬ ਨੇ ਆਪ ਉਹਦੇ ਵਿੱਚ ਇਹਨਾਂ ਨੂੰ ਨਾਲ ਲੈ ਕੇ ਏਜੰਡੇ ਦੇ ਉੱਤੇ ਲਿਆਂਦਾ, ਤੇ ਮੇਰਾ ਖਿਆਲ ਹੈ ਇਹ ਏਜੰਡੇ ਦੇ ਵਿੱਚ ਇਸ 3 ਸਬ ਤਹਿਸੀਲਾਂ
ਪਾਸ ਹੋ ਜਾਣਗੀਆਂ। ਇਹਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਜਿੱਥੇ ਲੋਕਾਂ ਨੂੰ ਤਹਿਸੀਲ ਪੱਧਰ ਦੇ ਉੱਤੇ ਕੰਮ ਕਰਾਉਣੇ ਪੈਂਦੇ ਸੀ, ਉੱਥੇ ਇਹ ਸਬ ਤਹਿਸੀਲਾਂ ਦੇ ਵਿੱਚ ਨਾਇਬ ਤਹਿਸੀਲਦਾਰ ਵਗੈਰਾ ਬੈਠ ਕੇ ਉਹਨਾਂ ਦੇ ਕੰਮ ਕਰਨਗੇ। ਇਹਦੇ ਨਾਲ ਰਾਹਤ ਆਉਂਦੀ ਹੈ। ਪਰ ਨਾਲ ਸੰਬੰਧਿਤ ਵਿਭਾਗ ਨੂੰ ਤੇ ਸੰਬੰਧਿਤ ਮੰਤਰੀ ਜਿਹੜੀ ਬੀਬੀ ਅਰੁਣਾ ਚੌਧਰੀ ਆ, ਉਹਨੂੰ ਵੇਖ ਲੈਣਾ ਚਾਹੀਦਾ ਕਿ ਸਟਾਫ ਹੈਗਾ। ਪਹਿਲਾਂ ਜਿਹੜੀਆਂ ਸਬ ਤਹਿਸੀਲਾਂ ਨੇ ਜਾਂ ਤਹਿਸੀਲਾਂ ਨੇ ਕੀ ਉੱਥੇ ਸਾਰਾ ਸਟਾਫ ਪੂਰਾ ਕੰਮ ਕਰ ਰਿਹਾ। ਅੱਗਾ ਦੌੜ ਪਿੱਛਾ ਚੌੜ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਕੁਝ ਬਣਾਉਣ ਲੱਗੇ ਹੋ ਤਾਂ ਬਾਕਾਇਦਾ ਉਹਨੂੰ ਸਹੀ ਰੂਪ ਦੇ ਵਿੱਚ ਉੱਥੇ ਸਟਾਫ ਦੀ ਤਾਇਨਾਤੀ ਵੀ ਉਸੇ ਤਰੀਕੇ ਨਾਲ ਕੀਤੀ ਜਾਵੇ। ਜੀ, ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਿੰਨ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਨੇ ਤੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਵੀ ਜਿਹੜੇ ਉਹ ਤਿੰਨੇ ਰੱਦ ਕਰ ਦਿੱਤੇ ਗਏ ਨੇ। ਇਸ ਤੇ ਚੱਲਦੇ ਹੁਣ ਪਹਿਲਾਂ ਕੇਂਦਰ ਸਰਕਾਰ ਕਹਿੰਦੀ ਸੀ ਕਿ ਤਿੰਨ ਖੇਤੀ ਕਾਨੂੰਨਾਂ ਸਾਨੂੰ ਦੱਸੋ ਕੀ ਗਲਤ ਹੈ, ਪਰ ਹੁਣ ਕੇਂਦਰ ਸਰਕਾਰ ਦਾ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਕੋਲੇ ਇਹਨਾਂ ਬਾਰੇ ਕੋਈ ਵੀ ਲਿਸਟ ਨਹੀਂ ਹੈਗੀ। ਇਹਦੇ ਬਾਰੇ ਕੀ ਕਹਿਣਾ ਜੀ? ਤਿੰਨ ਖੇਤੀ ਕਾਨੂੰਨ ਨੂੰ ਕਿਸਾਨ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਇਹ ਠੀਕ ਨਹੀਂ ਜੀ, ਇਹ ਕਿਸਾਨ ਹਤੈਸ਼ੀ ਨਹੀਂ। ਇਹਨਾਂ ਦੇ ਵਿੱਚ ਕਿਸਾਨਾਂ ਨਾਲ ਕੋਈ ਗੱਲ ਜਿਹੜੀ ਬਹੁਤੀ ਗੱਲ ਜਿਹੜੀ ਉਹ ਕਹਿੰਦੇ ਸੀ ਕਿ ਸਾਨੂੰ ਪਹਿਲਾਂ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਸੀ ਉਹ ਕਿਹਾ ਕਰਦੇ ਸੀ ਕਿ ਇਹ ਰੱਦ ਨਹੀਂ ਹੋਣੇ। ਇਹ ਤਾਂ ਕਾਇਆ ਕਲਪ ਕਰਤੀ। ਇੱਥੋਂ ਤੱਕ ਕਿ ਜਿਹੜੇ ਨਾਲ ਦੇ ਭਾਈਵਾਲ ਸੀਗੇ ਪੰਜਾਬ ਵਾਲੇ ਉਹਨਾਂ ਨੇ ਵੀ ਬਥੇਰਾ ਇਹਦੇ ਤੇ ਸਾਥ ਦਿੱਤਾ। ਰੱਦ ਹੋ ਗਏ। ਪ੍ਰਧਾਨ ਮੰਤਰੀ ਨੇ ਕਹਿਤਾ 19 ਨਵੰਬਰ ਨੂੰ ਕਿ ਸਾਡੇ ਕੋਲੇ ਇਸ ਸੰਬੰਧ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਜੀ, ਅਸੀਂ ਕਿਸਾਨਾਂ ਦੇ ਨਾਲ ਉਹ ਗੱਲ ਨਹੀਂ ਕਰ ਸਕੇ, ਇਹਦੀ ਅਸੀਂ ਮਾਫੀ ਮੰਗਦੇ ਆ। ਵਾਪਸ ਹੋ ਗਏ। ਸਾਰਿਆਂ ਨੂੰ ਪਤਾ ਕਿ ਵਾਪਸ ਕਿਉਂ ਹੋਏ ਨੇ। ਇਹ ਕੋਈ ਸੌਖਿਆ ਨਹੀਂ। ਪ੍ਰਧਾਨ ਮੰਤਰੀ ਨੇ ਕਹਿਤਾ ਜਦੋਂ ਪਤਾ ਲੱਗ ਗਿਆ 29 ਵਿਧਾਨ ਸਭਾ 3 ਲੋਕ ਸਭਾ ਹਲਕਿਆਂ ਦੇ ਵਿੱਚ ਉਪ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਜੀ। 5 ਰਾਜਾਂ ਦੀਆਂ ਚੋਣਾਂ ਆ ਰਹੀਆਂ ਨੇ। ਆਮ ਤੌਰ ਤੇ ਕਿਹਾ ਜਾਂਦਾ, ਪੁਰਾਣੀ ਕਹਾਵਤ ਹੁੰਦੀ ਸੀ ਕਿ BA ਬਾਇਆ ਬਠਿੰਡਾ, ਉੱਥੇ ਇੱਕ ਫੁਲਵਾੜੀ ਕਾਲਜ ਹੁੰਦਾ ਸੀ, ਉਹ ਗਿਆਨੀ ਕਰਾ ਕੇ ਸਿੱਧੀ BA ਕਰਾ ਦਿੰਦਾ ਸੀ 2 ਸਾਲ ਦੇ ਵਿੱਚ ਜੀ। ਉਸੇ ਤਰ੍ਹਾਂ ਜੇ ਲੋਕ ਸਭਾ ਦੀ ਪੌੜੀ ਚੜ੍ਹਨਾ ਹੈ, ਅਗਲੀ ਸਰਕਾਰ 24 ਵਾਲੀ ਦੇ ਵਿੱਚ ਫਿਰ ਨਰਿੰਦਰ ਮੋਦੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਰਹਿਣਾ ਜਾਂ ਭਾਰਤੀ ਜਨਤਾ ਪਾਰਟੀ ਨੇ ਇਹੀ ਸੱਤਾ 'ਚ ਰਹਿਣਾ ਤਾਂ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਜਿੱਤਣੀਆਂ ਬਹੁਤ ਜ਼ਰੂਰੀ ਨੇ ਜੀ। ਉੱਥੇ 80 ਤੋਂ ਵੱਧ ਲੋਕ ਸਭਾ 403 ਵਿਧਾਨ ਸਭਾ ਦੀਆਂ ਸੀਟਾਂ ਨੇ। ਇਸ ਕਰਕੇ ਇਹਨਾਂ ਨੂੰ ਫਿਕਰ ਪੈ ਗਿਆ ਕਿ ਯੂਪੀ ਦੇ ਵਿੱਚ ਸਾਡਾ ਠੀਕਰਾ ਪੁੱਠਾ ਪੈ ਸਕਦਾ, ਸਾਡਾ ਪੁੱਠਾ ਵੱਜ ਸਕਦਾ ਸਾਰਾ ਕੁਝ। ਉਸ ਕਰਕੇ ਇਹਨਾਂ ਨੇ ਇਹ ਚੋਣਾਂ ਜਿਹੜੀਆਂ ਇਹ ਕਾਨੂੰਨ ਸੀ ਤਿੰਨੇ ਇਹ ਰੱਦ ਕੀਤੇ। ਇਹ ਲੋਕ ਸਭਾ 'ਚ ਵੀ ਰੱਦ ਹੋ ਗਏ, ਰਾਜ ਸਭਾ 'ਚ ਵੀ ਰੱਦ ਹੋ ਗਏ। ਉਹ ਰਾਸ਼ਟਰਪਤੀ ਸਾਹਿਬ ਦੇ ਦਸਤਖਤ ਹੋਣੇ ਹੈ, ਉਹ ਇੱਕ ਰੂਟੀਨ ਮਾਮਲਾ ਹੋ ਜਾਵੇਗਾ। ਅੱਜ ਜਦੋਂ MSP ਦੀ ਗਰੰਟੀ ਤੇ ਹੋਰਾਂ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਸੀ, ਅਜਿਹੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਸਾਂਸਦ ਨੇ ਉਹਨਾਂ ਨੇ ਸਵਾਲ ਪੁੱਛਿਆ ਕਿ ਕਿੰਨੇ ਕਿਸਾਨ ਹੁਣ ਤੱਕ ਸ਼ਹੀਦ ਹੋ ਗਏ ਨੇ ਜਾਂ ਜਾਨਾਂ ਵਾਰ ਗਏ ਨੇ। ਇਸ ਸੰਬੰਧ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਆਖਿਆ ਕਿ ਸਾਡੇ ਕੋਲ ਇਹਦਾ ਕੋਈ ਰਿਕਾਰਡ ਨਹੀਂ ਹੈ। ਕਿੰਨੀ ਢੀਠਤਾ ਤੇ ਹੈਰਾਨਗੀ ਵਾਲੀ ਗੱਲ ਹੈ ਜੀ ਕਿ ਬੰਦਾ ਕਹਿੰਦਾ ਸਾਡੇ ਕੋਲ ਰਿਕਾਰਡ ਨਹੀਂ। ਕਿਸਾਨ ਜਥੇਬੰਦੀਆਂ ਰਿਕਾਰਡ ਲਈ ਬੈਠੀਆਂ ਨੇ ਜੀ। ਇਹ ਪਿਛਲੇ ਸੈਸ਼ਨ ਦੇ ਵਿੱਚ ਵੀ ਸਵਾਲ ਉੱਠਿਆ ਸੀ, ਉਦੋਂ ਵੀ ਇਹਨਾਂ ਨੇ ਇਸੇ ਤਰ੍ਹਾਂ ਜਵਾਬ ਦਿੱਤਾ ਸੀ। ਇਹ ਨਰਿੰਦਰ ਮੋਦੀ ਸਾਹਿਬ ਨੇ ਇਸ ਤਰ੍ਹਾਂ ਦੀਆਂ ਮੂਰਤੀਆਂ ਰੱਖੀਆਂ ਕਾਹਦੇ ਵਾਸਤੇ ਨੇ ਜੀ, ਜਿਨ੍ਹਾਂ ਨੇ ਹਰ ਮੱਸਿਆ ਬਦਨਾਮੀ ਖੱਟਣੀ ਹੈ। ਇਹਨਾਂ ਨੇ ਜੇ ਇਹ ਗੱਲ ਕੀਤੀ ਹੈ ਉਹ ਗਲਤ ਗੱਲ ਕੀਤੀ ਹੈ। ਦੀਪਿੰਦਰ ਹੁੱਡਾ ਹਰਿਆਣੇ ਤੋਂ ਸੰਸਦ ਮੈਂਬਰ ਨੇ, ਉਹਨਾਂ ਨੇ ਵੀ ਇਹਦੇ ਤੇ ਕਾਫੀ ਉਠਾਇਆ। ਉਹ ਕਹਿੰਦੇ ਵੀ ਜੇ ਕਿਸਾਨਾਂ ਕੋਲੇ ਸਾਰਾ ਰਿਕਾਰਡ ਹੈ ਜੀ, ਜਦੋਂ ਇਹ 19 ਨਵੰਬਰ ਨੂੰ ਇਹ ਕਿਸਾਨ ਰੱਖੀ ਬੈਠੇ ਨੇ ਆਪਣੀਆਂ ਮੰਗਾਂ ਦੇ ਵਿੱਚ, ਤਾਂ ਹੁਣ ਤੱਕ ਇਹਦੇ ਖੇਤੀਬਾੜੀ ਮੰਤਰੀ ਨੇ ਇਹ ਸਾਰੇ ਕਿਸਮ ਦਾ ਰਿਕਾਰਡ ਇਕੱਠਾ ਕੀਤਾ ਕਿਉਂ ਨਾ ਜੀ। ਇਸ ਕਰਕੇ ਜਿਹੜਾ ਇਹ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਹਦੀਆਂ ਮਾਮਲੇ ਨੂੰ ਲੈ ਕੇ ਕਾਫੀ ਜਿਹੜੀ ਹੈ ਲੋਕਾਂ ਦੇ ਵਿੱਚ ਤੇ ਅੱਜ ਸੰਸਦ ਦੇ ਵਿੱਚ ਵੱਡੇ ਸਵਾਲ ਉੱਠੇ ਨੇ, ਜਿਹਦੇ ਨਾਲ ਹੰਗਾਮਾ ਪੈਦਾ ਹੋਇਆ। ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਆਪ ਇਹ ਕਾਨੂੰਨ ਮੰਨ ਲਏ ਤਾਂ ਜਿਹੜੀਆਂ ਬਾਕੀ ਮੰਗਾਂ ਦੇ ਵਿੱਚ ਕਿਸਾਨਾਂ ਦੀਆਂ ਇਹ ਵੀ ਤਾਂ ਹੈਗੀਆਂ ਨੇ ਨਾ ਕਿ ਮੁਆਵਜ਼ੇ ਦਿੱਤੇ ਜਾਣ। ਪੰਜਾਬ ਸਰਕਾਰ 5-5 ਲੱਖ ਦੇ ਰਹੀ ਹੈ ਤੇ ਹਰਿਆਣਾ ਸਰਕਾਰ 2-2 ਲੱਖ ਦੇ ਰਹੀ ਹੈ। ਯੂਪੀ ਵਾਲਿਆਂ ਦਾ ਅਜੇ ਮੈਨੂੰ ਪਤਾ ਨਹੀਂ ਵੀ ਉਹ ਕੁਝ ਦਿੰਦੇ ਵੀ ਕਿ ਨਹੀਂ। ਲਖੀਮਪੁਰ ਖੀਰੀ ਵਾਲਿਆਂ ਨੂੰ ਜ਼ਰੂਰ ਉਹਨਾਂ ਨੇ 45-45 ਲੱਖ ਰੁਪਈਆ
ਦੇ ਦਿੱਤਾ ਹੈਗਾ। ਜੀ ਸੋ ਜਿਹੜੀ ਤੁਸੀਂ ਗੱਲ ਕੀਤੀ ਸੀ, ਅੱਜ ਦਾ ਜਿਹੜਾ ਪੰਜਾਬ ਦਾ ਮੰਤਰੀ ਮੰਡਲ ਹੈ ਉਹਦੇ ਵਿੱਚ ਜਿਹੜੀ 4 ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜੀ ਔਰ ਜਿਹੜਾ ਇੱਕ ਪੱਤਰਕਾਰ ਨੂੰ ਦਿੱਤਾ ਉਹਦਾ ਵੀ ਪਾਸ ਕਰਾਉਣਾ ਉਹਨਾਂ ਨੇ। ਉਹ ਵੀ ਅੱਜ ਮੰਤਰੀ ਮੰਡਲ ਦੇ ਵਿੱਚ ਮੀਟਿੰਗ ਰੱਖੀ ਵੀ ਹੈ। ਲੇਕਿਨ ਕੇਂਦਰ ਜਿਹੜਾ ਖੇਤੀਬਾੜੀ ਮੰਤਰੀ ਹੈ, ਇਸ ਤਰ੍ਹਾਂ ਦੀ ਮੂਰਤੀਆਂ ਜਿਹੜੀਆਂ ਨੇ ਉਹ ਸਰਕਾਰ ਦਾ ਅਕਸ਼ ਖਰਾਬ ਕਰਦੀਆਂ ਨੇ। ਜੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਉਹ ਲਗਾਤਾਰ ਬੀਜੇਪੀ ਦੀ ਜਿਹੜੀ ਸਪੋਰਟ ਕਰਦੇ ਨਜ਼ਰ ਆ ਰਹੇ ਸੀਗੇ। ਹੁਣ ਉਹਨਾਂ ਨੇ MSP ਦੀ ਜਿਹੜੇ ਕਾਨੂੰਨੀ ਗਰੰਟੀ ਨੂੰ ਲੈ ਕੇ ਵੀ ਆਪਣਾ ਬਿਆਨ ਜਾਰੀ ਕੀਤਾ ਜੀ। ਪਤਾ ਨਹੀਂ ਕੈਪਟਨ ਸਾਹਿਬ ਦਾ ਅੱਜ ਕੱਲ੍ਹ ਤਵੱਜੋ ਦਿਮਾਗ ਦਾ ਕਿਉਂ ਹਿੱਲ ਗਿਆ ਜੀ। ਉਹਨਾਂ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਕਾਫੀ ਵਿਜ਼ਨ ਰੱਖਦੇ ਸੀ, ਪਰ ਇਹ ਸਰਕਾਰ ਜਿਹੜੀ 4.5 ਸਾਲ ਉਹਨਾਂ ਨੇ ਚਲਾਈ ਹੈ, ਇਹਦੇ ਵਿੱਚ ਨਾ ਕੋਈ ਵਿਜ਼ਨ, ਨਾ ਕੋਈ ਲੈਣਾ, ਨਾ ਕੋਈ ਦੇਣਾ, ਸਿਰਫ ਪਹਾੜਾਂ ਦੀਆਂ ਟੀਸੀਆਂ ਤੇ ਬੈਠ ਕੇ ਆਪਦੀ ਸਰਕਾਰ ਚਲਾਈ ਹੈ। ਉਹ ਕਹਿੰਦੇ ਜੀ MSP ਤੇ ਗਰੰਟੀ ਨਹੀਂ ਦਿੱਤੀ ਸਕਦੀ। ਕਿਉਂ ਨਹੀਂ ਦਿੱਤੀ ਜਾ ਸਕਦੀ ਜੀ? ਜਦੋਂ ਸਰਕਾਰ 6 ਮਹੀਨਿਆਂ ਬਾਅਦ MSP ਐਲਾਨਦੀ ਹੈ ਫਸਲਾਂ ਤੇ ਜੀ, ਉਹ ਐਲਾਨ ਤੋਂ ਬਾਅਦ ਸਰਕਾਰ ਨੇ ਯਕੀਨੀ ਬਣਾਉਣਾ ਹੈ ਕਿ ਮੰਨ ਲਓ ਜੇ ਇਸ ਵੇਲੇ 1944 ਰੁਪਏ ਝੋਨੇ ਦਾ ਭਾਅ ਐਲਾਨਿਆ ਹੈ ਜੀ, 1944 ਤੋਂ ਘੱਟ ਨਾ ਕੋਈ ਖਰੀਦੇ ਜੀ, ਉਹ ਤੋਂ ਬਾਅਦ ਜਦੋਂ ਕੋਈ ਮਰਜ਼ੀ ਖਰੀਦ ਲੇ। ਸੋ ਇਸ ਕਰਕੇ ਜਿਹੜੀ ਇਹ ਗੱਲ ਹੈ, ਅੱਜ ਕੈਪਟਨ ਸਾਹਿਬ ਨੇ ਨਵਾਂ ਰਾਗ ਅਲਾਪਤਾ। ਕਦੇ ਉਹ ਕਹਿੰਦੇ ਹੁੰਦੇ ਸੀਗੇ MSP ਦੀ ਗਰੰਟੀ ਤੋਂ ਬਿਨਾਂ ਕਿਸਾਨ ਬਚਦਾ ਹੀ ਨਹੀਂ ਜੀ। ਅੱਜ ਭਾਰਤੀ ਜਨਤਾ ਪਾਰਟੀ ਨਾਲ ਜਾਰੀ ਪੈ ਗਈ ਤੇ ਵੋਟਾਂ ਉਹਨਾਂ ਨੇ ਕਿਸਾਨਾਂ ਦੀਆਂ ਨਹੀਂ ਲੈਣੀਆਂ ਜੀ। ਜਿਸ ਤਰ੍ਹਾਂ ਦਾ ਰਾਗ ਕੈਪਟਨ ਸਾਹਿਬ ਅਲਾਪਣ ਲੱਗੇ ਨੇ ਔਰ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਮੈਂ ਚੋਣ ਲੜਨੀ ਹੈ, ਜੇ ਇਸ ਤਰ੍ਹਾਂ ਦੇ 2 ਬਿਆਨ ਹੋਰ ਦੇਤੇ ਨਾ ਤਾਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਹੋਰ ਦੁਸ਼ਮਣ ਲੈਣ ਦੀ ਲੋੜ ਹੀ ਨਹੀਂ। ਹਮ ਵੀ ਡੁੱਬੇ, ਜਜਮਾਨ ਵੀ ਡੁੱਬੇ। ਸੋ ਕੈਪਟਨ ਸਾਹਿਬ ਜਿਹੜੇ ਬਿਆਨ ਦੇ ਰਹੇ ਨੇ, ਇਹ ਕੋਈ ਜਿਹੜੀ ਇਹਨਾਂ ਦਾ ਕਿਸ਼ਤੀ ਭਾਰਤੀ ਜਨਤਾ ਪਾਰਟੀ ਦੀ ਸਮੁੰਦਰ ਝੜੀ ਖੜੀ ਆ ਨਾ, ਪੰਜਾਬ ਵੀ ਜਿੱਤਣਾ ਚਾਹੁੰਦੇ ਆ ਤੇ ਯੂਪੀ ਵੀ ਜਿੱਤਣਾ ਚਾਹੁੰਦੇ ਆ। ਇਸ ਤਰ੍ਹਾਂ ਦੇ ਬਿਆਨਾਂ ਦੇ ਨਾਲ ਇੱਕ ਕਿਸ਼ਤੀ ਜਿਹੜੀ ਆ ਉਹ ਕਿਨਾਰੇ ਲੱਗਣ ਵਾਲੀ ਨਹੀਂ, ਇੱਕ ਕਿਸ਼ਤੀ ਨੂੰ ਵਿੱਚੇ ਡੋਬਣ ਵਾਲਾ ਕੰਮ ਕਰ ਰਿਹਾ ਹੈ। ਕੈਪਟਨ ਸਾਹਿਬ ਜਿਹੜੀ ਕਿਸ਼ਤੀ ਦੇ ਵਿੱਚ ਚੜੇ ਹੋਏ ਨੇ ਉਹਦੇ 'ਚ ਹੀ ਮੋਰੀਆਂ ਕਰਦੇ ਫਿਰਦੇ ਨੇ। ਇਹ ਜਿਹੜਾ ਬਿਆਨ ਉਹਨਾਂ ਨੇ ਦਿੱਤਾ, ਇਹ ਕਿਸਾਨਾਂ ਨੇ ਕਿਸੇ ਕੀਮਤ ਦੇ ਉੱਤੇ ਕਿਸੇ ਨੇ ਇਹਨੂੰ ਬਰਦਾਸ਼ਤ ਨਹੀਂ ਕਰਨਾ। ਪੰਜਾਬ ਦੇ ਵਿੱਚ ਬਹੁਤ ਗਿਣਤੀ ਕਿਸਾਨਾਂ ਦੀ ਵੋਟ ਹੈ ਤੇ ਉਹ ਕਿਸਾਨੀ ਵੋਟ ਕੋਈ ਸਮਾਂ ਹੁੰਦਾ ਸੀ ਜਦੋਂ ਇਹਨਾਂ ਨੇ ਪਾਣੀਆਂ ਦਾ ਸਮਝੌਤਾ ਕੀਤਾ ਤੇ ਕੈਪਟਨ ਸਾਹਿਬ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਔਰ ਬਹੁਤ ਗਿਣਤੀ ਕਿਸਾਨਾਂ ਨੇ ਉਹਨਾਂ ਨੂੰ ਵੋਟ ਪਾਈ ਸੀ। ਪਰ ਜਿਸ ਤਰ੍ਹਾਂ ਦਾ ਰਾਗ ਅੱਜ ਅਲਾਪਣ ਲੱਗ ਗਏ ਨਾ, ਮੈਨੂੰ ਲੱਗਦਾ ਕਿ ਉਹਨਾਂ ਦਾ ਸੰਗ ਨਰਿੰਦਰ ਤੋਮਰ ਨਾਲ ਹੋ ਗਿਆ ਹੋਣਾ, ਜਿਹਦੇ ਕਰਕੇ ਉਹ ਇਸ ਤਰ੍ਹਾਂ ਦਾ ਰਾਗ ਅਲਾਪਦੇ ਜੀ। ਇਸ ਤੋਂ ਇਲਾਵਾ ਅਗਰ ਗੱਲ ਕੇਂਦਰ ਸਰਕਾਰ ਦੀ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ MSP ਤੇ ਹੋਰ ਮੁੱਦਿਆਂ ਦੇ ਲਈ ਅਸੀਂ ਕਮੇਟੀ ਬਣਾਵਾਂਗੇ, ਜਿਸ ਦੇ ਵਿੱਚ ਉਹਨਾਂ ਨੇ 5 ਕਿਸਾਨਾਂ ਜਿਹੜੇ ਹੋਰ ਨਾਮ ਮੰਗੇ ਨੇ। ਇਹ ਕੱਲ ਦੀ ਗੱਲ ਚੱਲ ਰਹੀ ਹੈ ਕਿਉਂਕਿ ਕਿਸਾਨਾਂ ਨੇ ਕਿਹਾ ਕਿ MSP ਦੀ ਗਰੰਟੀ ਹੋਣੀ ਚਾਹੀਦੀ ਹੈ। 19 ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਸਾਹਿਬ ਲੋਕਾਂ ਦੇ ਰੂਬਰੂ ਹੋਏ ਸਨ, ਉਸ ਵੇਲੇ ਉਹਨਾਂ ਨੇ ਵੀ ਕਿਹਾ ਸੀ ਕਿ ਕਾਨੂੰਨ ਅਸੀਂ ਰੱਦ ਕਰਦੇ ਹਾਂ, MSP ਤੇ ਜਿਹੜੀ ਗਰੰਟੀ ਤੇ ਕਮੇਟੀ ਬਣੇਗੀ। ਉਹਨਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਕੁਝ ਮੰਤਰੀ ਉਹਦੇ 'ਚ ਹੋਣਗੇ, ਨੁਮਾਇੰਦੇ ਜੀ, ਰਾਜਾਂ ਦੀਆਂ ਸਰਕਾਰਾਂ ਦੇ ਵੀ ਹੋਣਗੇ ਜੀ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਜੀ, ਆਰਥਿਕ ਮਾਹਰ ਤੇ ਖੇਤੀ ਮਾਹਰ ਜੀ, ਇਹ ਸਾਰੇ ਉਹਦੇ ਵਿੱਚ ਸ਼ਾਮਲ ਕੀਤੇ ਜਾਣਗੇ। ਪਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਟੈਲੀਫੋਨ ਤੇ ਸ਼ਾਇਦ ਕਿਸਾਨਾਂ ਨਾਲ ਕਿਸੇ ਅਧਿਕਾਰੀ ਦੀ ਗੱਲ ਜਾਂ ਮੰਤਰੀ ਦੀ ਹੋਈ ਹੈ, ਪਰ ਅਜੇ ਤੱਕ ਲਿਖਤੀ ਤੌਰ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ। ਕਿਸਾਨ ਇਹ ਕਹਿੰਦੇ ਨੇ ਕਿ ਸਾਨੂੰ ਲਿਖਤੀ ਤੌਰ ਤੇ ਆਉਣ ਵੀ ਕਿਹੜੇ ਏਜੰਡੇ ਵਾਸਤੇ 7 ਤੋਂ 5 ਬੰਦਿਆਂ ਦਾ ਨਾਂ ਮੰਗਿਆ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਕਹਿ ਦਿੱਤਾ ਕਿ 4 ਤਰੀਕ ਨੂੰ ਸਾਡੀ ਮੀਟਿੰਗ ਹੋਣੀ ਹੈ ਤੇ 4 ਨੂੰ ਹੀ ਹੋਵੇਗੀ। ਜੇ ਲਿਖ ਕੇ ਕਿਸਾਨਾਂ ਕੋਲ ਇਹ ਪਹੁੰਚ ਜਿੱਤ, ਜਿਵੇਂ ਸਾਰੀਆਂ ਮੰਗਾਂ ਵਾਸਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਵੀ ਲਿਖਤੀ ਤੌਰ ਦੇ ਉੱਤੇ ਏਜੰਡਾ ਲਿਖ ਕੇ ਇਹ ਭੇਜਿਆ ਜਾਵੇ ਕਿ ਉਹਨਾਂ ਨੂੰ ਜਿਹੜੀ ਹੈ ਇਹ MSP ਤੇ ਹੈ ਜਾਂ ਹੋਰ ਮੰਗਾਂ ਤੇ ਗੱਲਬਾਤ ਕਰਨ ਵਾਸਤੇ ਹੈ, ਬਕਾਇਦਾ ਏਜੰਡਾ ਲਿਖ ਕੇ ਕਿਸਾਨਾਂ ਕੋਲ ਭੇਜਿਆ ਜਾਵੇ। 4 ਤਰੀਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ, ਉਹ ਫਿਰ ਕਿਸਾਨ ਉਹਨਾਂ ਨੇ 5 ਭੇਜਣੇ ਨੇ ਜਾਂ ਵੱਧ ਭੇਜਣੇ ਨੇ, ਇਹਦੇ ਵਿੱਚ ਜਿਹੜਾ ਵਿਚਾਰ ਵਟਾਂਦਰਾ ਆਪਸ ਵਿੱਚ ਦੀ ਹੋ ਸਕਦਾ ਹੈ। ਹਾਲ ਦੀ ਘੜੀ 5 ਕਿਹਾ, ਇਹਨੂੰ ਕਿਸਾਨ ਮੰਨਦੇ ਹੈ, ਸੰਯੁਕਤ ਕਿਸਾਨ ਮੋਰਚਾ ਇਹਨੂੰ ਅਪਣਾਉਂਦਾ ਹੈ ਕਿਉਂਕਿ 32 ਤੇ 42 ਨੇ। ਇਹਦਾ ਮਤਲਬ 8 ਜਥੇਬੰਦੀਆਂ ਪਿੱਛੇ ਇੱਕ ਬੰਦਾ ਜਾਏਗਾ ਜੀ। 32 ਤਾਂ ਪੰਜਾਬ ਦੀਆਂ ਹੀ ਨੇ,
ਜੇ 32 ਪੰਜਾਬ ਦੀਆਂ ਵਿੱਚੋਂ ਜਾਣਾ ਤਾਂ 4 ਤਾਂ ਪੰਜਾਬ ਦੀ ਬਣ ਗਏ, ਹਰਿਆਣੇ ਦੀ ਵੀ ਹੈ, ਯੂਪੀ ਦੀ ਵੀ ਹੈ, ਉੱਤਰ ਪ੍ਰਦੇਸ਼ ਦੀ ਵੀ ਹੈ। ਮੇਰਾ ਖਿਆਲ ਹੈ ਕਿ ਇਹਦੇ ਤੇ ਸ਼ਾਇਦ ਮੁੜ ਤੋਂ ਵਿਚਾਰ ਹੋਵੇ। ਇਹ ਗਿਣਤੀ 5 ਤੋਂ ਵੱਧ ਵੀ ਸਕਦੀ ਹੈ। ਹੋ ਸਕਦਾ ਇਹਦੇ ਤੇ ਸਰਕਾਰ ਦੀ ਸਹਿਮਤੀ ਆਪਸ ਵਿੱਚ ਦੀ ਬਣ ਜਾਵੇ। ਜੀ, ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਉਹਨਾਂ ਦਾ ਕਹਿਣਾ ਕਿ ਜੇਕਰ ਕੇਂਦਰ ਸਰਕਾਰ ਨੇ MSP ਨਾ ਦਿੱਤੀ ਤਾਂ ਪੰਜਾਬ ਸਰਕਾਰ ਹੈ ਜਿਹੜੀ ਉਹ 113 ਫਸਲਾਂ ਤੇ ਜਿਹੜੀ ਉਹ MSP ਦੇਵੇਗੀ। ਮੈਨੂੰ ਨਹੀਂ ਪਤਾ ਇਹ ਕਾਕਾ ਰਣਦੀਪ ਸਿੰਘ ਨੇ ਬਿਆਨ ਕਿਸ ਸੰਦਰਭ ਦੇ ਵਿੱਚ ਦਿੱਤਾ ਹੈ ਜੀ। 23 ਫਸਲਾਂ ਤੇ ਪਹਿਲਾਂ MSP ਹੈ ਜੀ, ਮਿਲਦੀ ਕਿੰਨੇ ਕਿਤੇ ਹੈ? ਕੀ ਪੰਜਾਬ ਦੇ ਖਜ਼ਾਨੇ ਦੇ ਵਿੱਚ ਪਹਿਲਾਂ ਕਾਕਾ ਰਣਦੀਪ ਸਿੰਘ ਨੂੰ ਆਪਣੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ। ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛ ਲੈਣ ਕਿ ਕੀ ਖਜ਼ਾਨੇ ਦੇ ਵਿੱਚ ਇੰਨੇ ਕੁ ਰੋਕੜ ਹੈਗੇ ਨੇ ਜਿਹੜੇ ਤੁਸੀਂ ਦਿੱਤੇ ਜਾ ਸਕਦੇ ਨੇ। ਇਹੀ ਤਾਂ ਇੱਥੇ ਸਮੱਸਿਆ ਹੈ ਕਿ ਚੋਣ ਮਨੋਰਥ ਪੱਤਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਂਦੇ ਨੇ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ। ਕਾਕਾ ਰਣਦੀਪ ਸਿੰਘ ਨੇ ਜੇ ਇਹ ਐਲਾਨ ਕੀਤਾ ਕਿ ਅਸੀਂ ਦਿਓ, ਅਸੀਂ ਤਾਂ ਕਹਿੰਦੇ ਆ ਕਿ ਜੁਗ ਜੁਗ ਜੀਓ, ਇਹ ਤੁਹਾਡਾ ਕੰਮ ਚੰਗਾ ਹੈਗਾ, ਤੁਸੀਂ ਦਿਓ MSP। ਕੀ ਕਿੱਥੋਂ ਦਿਓਗੇ, ਕਿਵੇਂ ਦਿਓਗੇ, ਇਹਦੇ ਬਾਰੇ ਵੀ ਕਾਕਾ ਰਣਦੀਪ ਸਿੰਘ ਨੂੰ ਦੱਸਣਾ ਚਾਹੀਦਾ ਕਿ ਬਿਨਾਂ ਜੇ ਕੇਂਦਰ ਤੋਂ ਤਾਂ ਸਾਰਾ ਫਸਲ ਖਰੀਦਣ ਵਾਸਤੇ ਅਸੀਂ ਪੈਸੇ ਲੈਣੇ ਆ, ਤੁਸੀਂ MSP ਤੇ ਕਹਿ ਦਿੱਤਾ। ਜਾਂ ਤਾਂ ਇਹ ਕਹੋ ਕਿ ਜਿਹੜੀ MSP ਹੋਊਗੀ ਉਸ ਤੋਂ ਹੇਠਲੇ ਪੱਧਰ ਤੇ ਅਸੀਂ ਜਿਹੜੀ ਹੈ ਫਸਲ ਨਹੀਂ ਵੇਚਣ ਦੇਵਾਂਗੇ। ਸੋ ਪੰਜਾਬ ਸਰਕਾਰ ਕੋਲੇ ਦਾ ਖਜ਼ਾਨਾ ਤਾਂ ਮੁਲਾਜ਼ਮਾਂ 70% ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਲੱਗ ਜਾਂਦਾ ਹੈ ਤੇ ਬਾਕੀ ਕੀ ਹੈਗਾ। ਸੋ ਜਿਹੜਾ ਬਿਆਨ ਦੇਣਾ ਚਾਹੀਦਾ ਉਹ ਬਕਾਇਦਾ ਸੋਚ ਸਮਝ ਕੇ ਦੇਣਾ ਚਾਹੀਦਾ। ਜੇ ਉਹਨਾਂ ਨੇ ਬਿਆਨ ਦਿੱਤਾ ਤਾਂ ਇਹਦਾ ਹੱਲ ਵੀ ਦੇਣ ਕਿ ਉਹ ਕਿਵੇਂ ਦੇਣਗੇ। ਇਸ ਗੱਲ ਤਾਂ ਯਕੀਨੀ ਬਣਾ ਦੇਣ ਕਿ ਕਿਸਾਨਾਂ ਨੂੰ ਜਿਹੜਾ ਪੈਸਾ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਝੋਨੇ ਦਾ ਇਸ ਵੇਲੇ 1944 ਹੈ, ਵੀ 1945 ਦੇ ਦੇਵੇ, ਕੋਈ 1943 ਨਾ ਦੇਵੇ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹੀ ਸਮੱਸਿਆਵਾਂ ਤਾਂ ਪਹਿਲਾਂ ਕਹਿ ਤਾਂ ਸਾਰਾ ਕਰਜ਼ਾ ਮਾਫ ਕਰ ਦਾਂਗੇ, ਹਾਲ ਤਾਂ ਕਿਸਾਨਾਂ ਨੇ ਉਹਦੇ ਵਾਸਤੇ ਆਉਣਾ ਹੈ। ਫਿਰ 2 ਏਕੜ ਤੇ 2.5 ਏਕੜ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਵੀ ਜਦੋਂ ਚੋਣ ਮਨੋਰਥ ਪੱਤਰ ਦੇ ਵਿੱਚੋਂ ਮੰਗ ਪਾਈ ਸੀ, ਕਿਹਨੂੰ ਪੁੱਛ ਕੇ ਪਾਈ ਸੀ? ਉਦੋਂ ਤਾਂ ਲੱਗਦਾ ਹੀ ਨਹੀਂ ਸੀ ਇਹਨਾਂ ਨੂੰ ਵੀ ਇਹਨਾਂ ਦੀ ਸਰਕਾਰ ਆ ਜਾਊਗੀ। ਇਹ ਮਿਲੀ ਭੁਗਤ ਨਾਲ ਚੱਲੇ। ਇਹਨਾਂ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਲਿਆ ਦਿੱਤੀ ਗਈ, ਪਰ ਕੋਈ ਗੱਲਾਂ ਜਿਹੜੀਆਂ ਨੇ ਉਹ ਸਹੀ ਰੂਪ ਦੇ ਵਿੱਚ ਨਹੀਂ ਕੀਤੀਆਂ ਜਾਂਦੀਆਂ, ਜਿਹਦੇ ਕਰਕੇ ਅੱਜ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਉਧਰ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ, ਤਾਂ ਉਹਨਾਂ ਨੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਘੇਰਿਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨਾਲ ਕਰਜ਼ਾ ਮਾਫੀ ਦੇ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਕਦੋਂ ਪੂਰੇ ਹੋਣਗੇ ਜੀ? ਆਪਾਂ ਪਹਿਲਾਂ ਵੀ ਤਾਂ ਇਹੀ ਗੱਲ ਕਰਕੇ ਹਟੇ ਹਾਂ ਜੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਤੌਰ ਤੇ ਕੀਤਾ ਸੀ। ਇੱਕ ਗੱਲ ਤਾਂ ਚੰਨੀ ਸਾਹਿਬ ਕਹਿ ਸਕਦੇ ਆ ਵੀ ਮੈਂ ਤਾਂ ਨਹੀਂ ਘੱਟੋ ਘੱਟ ਕੀਤਾ ਜੀ, ਪਰ ਉਹ ਕੀਤਾ ਕਾਂਗਰਸ ਪਾਰਟੀ ਨੇ। ਹੁਣ ਚੰਨੀ ਸਾਹਿਬ ਵੀ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਨੇ, ਜਾਂ ਤਾਂ ਉਹ ਕੈਪਟਨ ਸਾਹਿਬ ਨੂੰ ਪੁੱਛਿਆ ਹੁਣ ਜਾ ਕੇ ਕਿ ਕਿਵੇਂ ਕਰਨੇ ਨੇ। ਘਰ ਦਾਣੇ ਨਹੀਂ ਮਾਂ ਪੀਣ ਚੱਲੀ ਹੈ। ਰੋਜ਼ ਨਵਜੋਤ ਸਿੰਘ ਸਿੱਧੂ ਰੌਲਾ ਪਾ ਰਿਹਾ ਕਿ ਖਜ਼ਾਨਾ ਤੁਸੀਂ ਖਾਲੀ ਕਰੀ ਜਾਂਦੇ ਹੋ, ਲਾਲੀ ਪਾਪ ਦੇਈ ਜਾਂਦੇ ਹੋ। ਲਾਲੀ ਪਾਪ ਦੀ ਥਾਂ ਦੇ ਉੱਤੇ ਇੱਕ ਤਾਂ ਖਜ਼ਾਨਾ ਭਰਨ ਦਾ ਕੋਈ ਕੰਮ ਹੋਣਾ ਚਾਹੀਦਾ, ਦੂਜਾ ਪੰਜਾਬ ਨੂੰ ਮੁਖਤਖੋਰੀ ਵਾਲੇ ਪਾਸੇ ਤੋਰ ਕੇ ਇਹਨਾਂ ਲੋਕਾਂ ਨੇ ਇੱਕ ਪਾਸੇ ਮੁਖਤਖੋਰੀ, ਕਰਜ਼ਾ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਇਹ ਕਰਜ਼ਾ ਸਿਰ ਤੇ ਚੜਾ ਕੇ ਫਿਰ ਮੁਖਤਖੋਰੀਆਂ ਦਾ ਕਿਹੜਾ ਉਹਦੀਆਂ ਕਿਸ਼ਤਾਂ ਮੋੜਨੀਆਂ ਔਖੀਆਂ ਹੋਈਆਂ ਪਈਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਉਹ ਵਾਅਦਾ ਕੀਤਾ ਸੀ, ਅੱਜ ਕਿਵੇਂ ਚਰਨਜੀਤ ਸਿੰਘ ਚੰਨੀ ਉਸ ਨੂੰ ਨਿਭਾਉਣ ਦਾ ਯਤਨ ਕਰਨਗੇ, ਇਹ ਬਹੁਤ ਵੱਡੀ ਗੱਲ ਹੈ। ਕੱਲ੍ਹ ਨੂੰ ਕਿਸਾਨਾਂ ਨੇ ਤੁਹਾਡੇ ਦੁਆਲੇ ਹੋਣਾ। ਹੁਣ ਜਦੋਂ ਕਿਸਾਨ ਕੇਂਦਰ 'ਚੋਂ ਜਿੱਤ ਪਏ ਨੇ ਤਾਂ ਰਾਜਾਂ ਨੂੰ ਉਹ ਕੀ ਸਮਝਦੇ ਨੇ। ਸੋ ਉਹ ਵਾਅਦਾ ਕਰੋ ਜਿਹੜਾ ਕੀਤਾ ਜਾ ਸਕੇ। ਜਿਹੜਾ ਵਾਅਦਾ ਕੀਤਾ ਨਹੀਂ ਜਾ ਸਕਦਾ ਤੇ ਫਿਰ ਸਰਕਾਰ ਹੋਰ ਜੇ ਇਧਰੋਂ ਕਰਜ਼ਾ ਲਊਗੀ, ਤੁਹਾਡਾ ਪੁਰਾਣਾ ਕਰਜ਼ਾ ਮਾਫ ਕਰਨ ਵਾਸਤੇ ਸਰਕਾਰ ਨੂੰ ਨਵਾਂ ਕਰਜ਼ਾ ਲੈਣਾ ਪਵੇਗਾ। ਉਹ ਕਰਜ਼ਾ ਉਹਨਾਂ ਲੋਕਾਂ ਤੇ ਵੀ ਚੜ੍ਹ ਜਾਏਗਾ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਹੈ ਹੀ ਨਹੀਂ। ਅਸੀਂ ਲੋਕ ਜਿਹੜੇ ਕੋਈ ਸਹੂਲਤ ਨਹੀਂ ਲੈਂਦੇ, ਤੁਸੀਂ ਨਹੀਂ ਲੈਂਦੇ, ਦਰਮਿਆਨੇ ਲੋਕ ਨੇ, ਉਹ ਕਿਉਂ ਭੁਗਤਣ ਜੀ? ਇਹ ਸਰਕਾਰ ਦੀਆਂ ਨੀਤੀਆਂ। ਮੈਂ ਕਹਿੰਦਾ ਮਾਨਯੋਗ ਸਰਵਉੱਚ ਅਦਾਲਤ ਨੂੰ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਕੇ ਇਹਨਾਂ ਦਾ ਚੋਣ ਮਨੋਰਥ ਪੱਤਰ ਨੂੰ ਕਾਨੂੰਨਨ ਤੌਰ ਤੇ ਕਰ ਦਿਓ। ਜੇ ਕੋਈ ਬੰਦਾ ਐਲਾਨ ਕਰਨ ਤੋਂ ਬਾਅਦ ਲਾਗੂ ਨਹੀਂ ਕਰਦਾ, ਉਹਦੀ ਘੱਟੋ ਘੱਟ 10 ਸਾਲ ਚੋਣ ਲੜਨ ਤੇ ਪਾਬੰਦੀ ਲੱਗੀ ਜਾਵੇ। ਲੋਕਾਂ ਦਾ ਬੇਵਕੂਫ ਬਣਾਉਣ ਤੇ ਯਤਨ ਕੀਤਾ ਵਾ, ਪੈਰ ਪੈਰ ਤੇ ਇਹ ਬੇਵਕੂਫ ਬਣਾਉਂਦੇ ਨੇ। ਦੱਸੋ ਤਾਂ ਸਹੀ, 3 ਲੱਖ ਜੇ ਤੁਹਾਡੇ ਕੋਲ ਇੰਨੀ ਪੈਸੇ ਖਜ਼ਾਨੇ 'ਚ ਆ ਗਏ ਨੇ ਤਾਂ ਜਿਹੜਾ 3 ਲੱਖ ਕਰੋੜ ਦਾ ਤੁਹਾਡੇ ਤੇ ਕਰਜ਼ਾ ਚੜਿਆ ਵਾ ਤਾਰ ਦਿਓ,
ਬਾਰ ਦਿਓ ਲਕੀਰ ਸਾਰੀ ਉਹ, ਜਿਹਦਾ ਖਮਿਆਜਾ ਪੂਰਾ ਪੰਜਾਬ ਭੁਗਤ ਰਿਹਾ ਹੈਗਾ। ਇਹ ਗਲਤ ਗੱਲ ਕਰਦੇ ਨੇ, ਗਲਤ ਗੱਲ ਆ ਜਿਹੜੀ ਹੈ। ਸੁਖਬੀਰ ਸਿੰਘ ਨੇ ਜਿਹੜੀ ਗੱਲ ਉਠਾਈ ਹੈ ਉਹਦੇ ਇਹ ਕਿਹਾ ਕਿ ਹੁਣ ਇਹਨਾਂ ਨੇ ਇੱਕ ਚਿੱਠੀ ਲਿਖੀ ਆ ਚੰਨੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਕਿ 25% ਅਸੀਂ ਪਾਉਂਦੇ ਹਾਂ, 75% ਕਰਜ਼ਾ ਤੁਸੀਂ ਮਾਫ ਕਰੋ। ਇਹ ਬਹੁਤ ਵੱਡੇ ਦਲ 'ਚ ਫਸਾਤਾ। ਜਦੋਂ ਆਮ ਤੌਰ ਤੇ ਇਹਨਾਂ ਦੇ ਬਿਆਨਾਂ ਕਰਕੇ ਕਿਸਾਨ ਭਰਨੋਂ ਹਟ ਗਏ, ਅੱਜ ਉਹ ਪਛਤਾਉਂਦੇ ਨੇ ਜਿਨ੍ਹਾਂ ਨੇ ਭਰਤੇ ਵੀ ਅਸੀਂ ਕਾਹਦੇ ਵਾਸਤੇ ਭਰਤੇ ਜਦੋਂ ਇਹ ਮਾਫ ਹੀ ਹੋ ਜਾਣਾ ਸੀਗਾ। ਇਹ ਜਿਹੜੀਆਂ ਗਲਤ ਨੀਤੀਆਂ ਵਾਲੇ ਪਾਸੇ ਨੂੰ ਤੋੜ ਰਹੇ ਨੇ, ਇਹ ਗਲਤ ਬਿਲਕੁਲ ਇੱਕ ਨੰਬਰ ਦੇ ਉੱਤੇ। ਇਹਦੇ ਨਾਲ ਸੂਬੇ ਦਾ ਖਜ਼ਾਨਾ ਹੋਰ ਡਗਮਗਾਏਗਾ, ਇਹ ਨਹੀਂ ਦੇ ਸਕਣਗੇ। ਇਹਨਾਂ ਨੇ ਫਿਰ ਕਰਜ਼ਾ ਸਮੁੱਚੇ ਪੰਜਾਬੀਆਂ ਤੇ ਚੜਾ ਦੇਣਾ। ਉਹ ਗੱਲ ਕਰੋ ਜਿਹੜੀ ਪੂਰੀ ਕੀਤੀ ਜਾ ਸਕੇ। ਜਦੋਂ ਤੁਸੀਂ ਬਿਨਾਂ ਮਤਲਬ ਫੋਕੀਆਂ ਗੱਲਾਂ ਕਰਕੇ ਸਰਕਾਰੀ ਖਜ਼ਾਨੇ ਦਾ ਧੂਆਂ ਕੱਢ ਰੱਖਿਆਗਾ, ਇਹ ਪੂਰੀਆਂ ਹੋਣ ਵਾਲੀਆਂ ਗੱਲਾਂ ਨਹੀਂ ਹੈਗੀਆਂ। ਤਾਂ ਹੁਣ ਚੋਣਾਂ ਆ ਰਹੀਆਂ ਨੇ, ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਰਦਾ, ਵਿੱਚੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਕਿ ਉਹ ਵਾਅਦੇ ਕਰਿਓ ਜਿਹੜੇ ਕਰ ਸਕੋ, ਜਿਹੜੇ ਮੁੜ ਕੇ ਗਲੇ ਦੀ ਹੱਡੀ ਬਣ ਜਾਣ। ਅਜਿਹੇ ਵਾਅਦੇ ਨਹੀਂ ਕਰਨੇ ਚਾਹੀਦੇ ਜੀ। ਇਸ ਤੋਂ ਇਲਾਵਾ ਅਗਰ ਗੱਲ ਕੀਤੀ ਹੈ ਵੈਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੀ, ਤਾਂ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਰਕਾਰ ਸੀਗੀ ਉਹਨੂੰ ਜ਼ਿੰਮੇਵਾਰ ਠਹਿਰਾਇਆ ਜੀ। ਦੇਖੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਸਰਕਾਰ ਜਿਹੜੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸੀ ਜੀ, ਕਿਉਂਕਿ ਜੂਨ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਹੈ ਕੋਟਕਪੂਰੇ ਦੇ ਕੋਲ, ਉੱਥੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ ਜੀ, ਪੋਸਟਰ ਲੱਗਦੇ ਨੇ, ਲਲਕਾਰਿਆ ਜਾਂਦਾ, ਤੇ ਜਿਹੜੇ ਆਪਣੇ ਆਪ ਨੂੰ ਪੰਥਕ ਹੁੰਦੇ ਆ, ਅਸੀਂ ਪੰਥਕ ਹੈ ਜੀ, ਉਹਨਾਂ ਦੀ ਸਰਕਾਰ ਵੇਲੇ ਸਾਰਾ ਕੁਝ ਵਾਪਰਿਆ। ਤੇ ਹੁਣ ਬਿਆਨ ਕੀ ਦਿੰਦੇ ਨੇ? ਉਹ ਜੀ ਅਸੀਂ ਤਾਂ ਫਿਰ CBI ਨੂੰ ਦੇਤੀ ਇਹਨਾਂ ਦੀ ਮੰਗ ਤੇ, ਤੁਸੀਂ ਖਹਿੜਾ ਛਡਾਇਆ ਸੀ ਆਪਦੇ ਗੱਲ ਚੋਂ, ਤੁਹਾਡੇ ਵੇਲੇ ਵਾਪਰਿਆ, ਤੁਸੀਂ ਕੇਸ ਵਾਪਸ ਲਿਆ ਸਰਸੇ ਵਾਲੇ, ਤੁਸੀਂ ਇਹਨੂੰ ਸਹੀ ਢੰਗ ਨਾਲ ਪੂਰਾ ਨਹੀਂ ਕਰ ਸਕੇ, ਇਸੇ ਕਰਕੇ ਅੱਜ ਤੁਸੀਂ ਉਲਝਦੇ ਤੁਰੇ ਫਿਰਦੇ ਹੋ। ਤਾਂ ਜਿਹੜਾ ਚੰਨੀ ਸਾਹਿਬ ਨੇ ਕੱਲ ਅਕਾਲੀ ਸਰਕਾਰ ਦੇ ਉੱਤੇ ਦੋਸ਼ ਲਾਇਆ, ਉਹ ਦੋਸ਼ ਉਹਨਾਂ ਦਾ ਬਿਲਕੁਲ ਸਹੀ ਹੈ ਕਿ ਇਹ ਸਾਰਾ ਕੁਝ ਜਿਹੜਾ ਵਾਪਰਿਆ ਸੀ ਉਹ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਦੇ ਵਿੱਚ ਵਾਪਰਿਆ ਸੀ, ਜਿਹਦੇ ਵਿੱਚ ਉਹਨਾਂ ਦਾ ਸਪੁੱਤਰ ਤੇ ਮੌਜੂਦਾ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ਜੀ, ਪੁਲਿਸ ਉਹਨਾਂ ਦੇ ਕੋਲ ਸੀ। ਤੁਸੀਂ ਉਹ ਬੰਦੇ ਫੜ ਨਹੀਂ ਸਕੇ। ਇੱਕ ਸੌਦਾ ਮਾਰਿਆ ਸੀ ਸੌਦਾ ਸਾਧ ਦੇ ਨਾਲ ਵੋਟਾਂ ਦਾ, ਜਿਹਦੇ ਕਰਕੇ ਤੁਹਾਨੂੰ ਵੋਟਾਂ ਦਾ ਲਾਲਚ ਸੀ ਔਰ ਤੁਸੀਂ ਉਸ ਦੇ ਉੱਤੇ ਖਰੇ ਨਹੀਂ ਉਤਰੇ। ਸੋ ਮਿਸਟਰ ਭੰਗੂ, ਇਹਨਾਂ ਨੇ ਜਿਹੜਾ ਚੰਨੀ ਹੋਰਾਂ ਨੇ ਇਲਜ਼ਾਮ ਲਾਇਆ ਉਹ ਬਿਲਕੁਲ ਉਹਨਾਂ ਤੇ ਲਾਇਆ ਹੈਗਾ, ਕਿਉਂਕਿ ਸਰਕਾਰ ਉਹਨਾਂ ਦੀ ਸੀ। ਕੱਲ ਚੰਨੀ ਸਾਹਿਬ ਨੇ ਉੱਥੇ ਜਿਹੜੇ 2 ਵਿਧਾਨ ਸਭਾ ਹਲਕੇ ਨੇ ਉਹਨਾਂ ਦੇ, ਇੱਕ ਹੈਗਾ ਜੈਤੋ, ਇੱਕ ਕੋਟਕਪੂਰਾ, ਦੋਨਾਂ ਲਈ ਉਹਨਾਂ ਨੇ ਉੱਥੇ 15-15 ਕਰੋੜ ਰੁਪਇਆ ਵਿਕਾਸ ਵਾਸਤੇ ਐਲਾਨ ਵੀ ਕਰਕੇ ਆਏ ਨੇ। ਕੱਲ ਉਸੇ ਇਲਾਕੇ 'ਚ ਗਏ ਸੀ ਜਿੱਥੇ ਇਹ ਬੇਅਦਬੀ ਹੋਈ ਤੇ ਜਿੱਥੇ ਬਹਿਬਲ ਕਲਾਂ, ਜਿੱਥੇ ਗੋਲੀ ਚੱਲ ਕੇ 2 ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਆਪਣੀਆਂ ਜਾਨਾਂ ਵਾਰ ਗਏ ਸਨ ਜੀ। ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਦਿੱਲੀ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ, ਤਾਂ ਦੋਨੇ ਸਰਕਾਰਾਂ ਜਿਹੜੇ ਮੁੱਖ ਮੰਤਰੀ ਤੇ ਮੰਤਰੀ ਨੇ, ਦੋਨੇ ਆਪਸ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਉਸ ਦੀ ਤੁਲਨਾ ਕਰਦੇ ਨਜ਼ਰ ਆਉਂਦੇ ਨੇ। ਮਨੀਸ਼ ਸਿਸੋਦੀਆ ਨੇ ਜਿਹੜੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਸਕੂਲਾਂ ਨਾਲੋਂ ਦਿੱਲੀ ਦੇ ਸਕੂਲ ਨੇ ਉਹ ਜਿਹੜੇ ਜ਼ਿਆਦਾ ਚੰਗੇ ਨੇ। ਪ੍ਰਗਟ ਸਿੰਘ ਨੂੰ ਕਿਹਾ ਸੀਗਾ ਤੇ ਪ੍ਰਗਟ ਸਿੰਘ ਨੇ ਵੀ ਜਵਾਬ ਦਿੱਤਾ ਸੀਗਾ ਕਿ ਤੁਹਾਡੇ 250 ਸਕੂਲ ਨੇ, ਸਾਡੇ ਕਿਤੇ 19,000 ਦੇ ਲਗਭਗ ਸਕੂਲ ਨੇ, ਜੇ ਸਾਡੇ 250 ਹੋਣ ਤਾਂ ਤੁਸੀਂ ਮੁਕਾਬਲਾ ਕਰ ਲਓ। ਤੇ ਉਸ ਦੇ ਚੱਲਦਿਆਂ ਮਨੀਸ਼ ਸਿਸੋਦੀਆ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਏਰੀਆ ਦੇ ਵਿੱਚ ਸਕੂਲਾਂ ਦਾ ਜਾਇਜ਼ਾ ਲੈਣ ਪਹੁੰਚੇ ਨੇ। ਅਸਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਸਮੱਸਿਆ ਹੈਗੀ, ਇਹਨਾਂ ਦਾ ਕੰਮ ਇਹ ਹੈ ਕਿ ਘਰ ਦਾਣੇ ਨਹੀਂ ਮਾਂ ਪੀਣ ਚੱਲੀ ਹੈ ਜੀ। ਇਹਨਾਂ ਨੇ ਨਾ ਸਿੱਖਿਆ ਵੱਲ ਧਿਆਨ ਦਿੱਤਾ ਤੇ ਨਾ ਹੀ ਸਿਹਤ ਵੱਲ। ਇਹ 2 ਸੰਸਥਾਵਾਂ ਨੂੰ ਨਿੱਜੀ ਘਰਾਣਿਆਂ ਦੇ ਹਵਾਲੇ ਕਰ ਦਿੱਤਾ, ਦੁਕਾਨਾਂ ਖੋਲ੍ਹਤੀਆਂ ਇੱਥੇ ਵੱਡੀਆਂ ਵੱਡੀਆਂ, ਜਿਨ੍ਹਾਂ ਦੇ ਵਿੱਚੋਂ ਬੇਰੁਜ਼ਗਾਰ ਪੁਰਜੇ ਪੈਦਾ ਹੁੰਦੇ ਨੇ ਜੀ। ਇਹਨਾਂ ਨੇ ਉਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਇਹਨਾਂ ਦਾ ਬਜਟ ਕਿੰਨਾ ਕਿ ਸਿੱਖਿਆ ਦਾ, ਉਹਨਾਂ ਦਾ ਬਜਟ ਜ਼ਿਆਦਾ ਹੈ ਜੀ। ਇਹਨਾਂ ਨੇ ਨਾ ਸਿਹਤ ਸਾਂਭੀ, ਨਾ ਇਹਨਾਂ ਨੇ ਸਿੱਖਿਆ ਸਾਂਭੀ। ਸੋ ਪੰਜਾਬ ਦੇ ਵਿੱਚ ਜਿਹੜੇ ਅਸਲੀ 2 ਮਸਲੇ ਸੀ, ਕੋਈ ਸਮਾਂ ਹੁੰਦਾ ਸੀ ਅਸੀਂ ਸਾਰੇ ਲੋਕ ਸਰਕਾਰੀ ਸਕੂਲਾਂ ਦੇ ਪੜ੍ਹੇ ਵੀ ਹਾਂ, ਸਰਕਾਰੀ ਕਾਲਜਾਂ ਦੇ ਪੜ੍ਹੇ ਵੀ ਹਾਂ, ਇਹਨਾਂ ਨੇ ਜਿਹੜਾ ਉਸ ਦਾ ਬਿੜਾ ਗਰਕ ਕੀਤਾ ਨਾ, ਵਿੱਚੇ ਕਾਂਗਰਸ ਤੇ ਵਿੱਚੇ ਅਕਾਲੀ ਦਲ ਜੀ। ਇਹ 2 ਹੀ ਬਾਰ-ਬਾਰ 1985 ਤੋਂ ਬਾਅਦ 4 ਵਾਰ ਅਕਾਲੀ ਦਲ ਤੇ 3 ਵਾਰ ਕਾਂਗਰਸ, 7 ਵਾਰ ਜੀ, 35 ਸਾਲ ਜੀ। ਇਹਨਾਂ ਨੇ ਇਹ 2 ਜਿਹੜੇ ਪ੍ਰਮੁੱਖ ਸੀ ਇਹਦੇ ਵਿੱਚ ਕੋਈ ਕੰਮ ਨਹੀਂ ਕੀਤਾ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਦਿੱਲੀ ਦਾ ਬੜਾ ਛੋਟਾ ਜਿਹਾ ਰਾਜ ਹੈ
ਉੱਥੇ 250 ਸਕੂਲ ਹੈ ਤੇ ਪੰਜਾਬ ਦੇ ਵਿੱਚ ਤੁਸੀਂ ਆਪ ਦੱਸ ਰਹੇ ਹੋ ਕਿ 19000 ਸਕੂਲ ਹੈ। ਜਿਹੜੇ ਇੱਕ ਚੀਜ਼ 250 ਤੇ ਅਸਲ ਸਮੱਸਿਆ ਹੀ ਪੰਜਾਬ ਦੀ ਨਹੀਂ, ਇਕੱਲੇ ਪੂਰੇ ਭਾਰਤ ਦੀ ਇਹ ਹੈ ਕਿ ਭਾਰਤ ਵਿੱਚ ਜਿਹੜੀ ਵੱਧ ਰਹੀ ਆਬਾਦੀ ਹੈ ਉਹਨੂੰ ਕਿਸੇ ਨੇ ਕੰਟਰੋਲ ਨਹੀਂ ਕੀਤਾ। 1 ਅਰਬ ਮੁਲਕ ਜੰਮ ਪਿਆ ਆਜ਼ਾਦੀ ਤੋਂ ਬਾਅਦ। ਜੇ ਇਹਨੂੰ ਸੀਮਤ ਰੱਖਿਆ ਹੁੰਦਾ ਤਾਂ ਨਾ ਇੰਨੇ ਸਕੂਲਾਂ ਦੀ ਲੋੜ ਸੀ ਤੇ ਨਾ ਹੀ ਇੰਨੇ ਸਿਹਤ ਕੇਂਦਰਾਂ ਦੀ ਲੋੜ ਸੀ। ਇਹ ਚੰਗਾ ਹੁੰਦਾ, ਵਧੀਆ ਹੁੰਦਾ ਤੇ ਜੇ ਸੀਮਤ ਹੁੰਦੇ, ਅਸਲ ਬਿਮਾਰੀ ਦੀ ਜੜ ਵਾਲੇ ਪਾਸੇ ਨਹੀਂ ਗਏ। ਔਰ ਪੰਜਾਬ ਨੇ ਸਿੱਖਿਆ ਤੇ ਪਤਾ ਨਹੀਂ ਇਹ ਕਿੱਥੋਂ ਆਪਦੇ ਅੰਕੜੇ ਲੈ ਕੇ ਆ ਜਾਂਦੇ ਨੇ। ਪੰਜਾਬ ਜੋ ਸਿੱਖਿਆ ਦੇ ਖੇਤਰ ਵਿੱਚ ਪਹਿਲਾ ਸੀ, ਸਿਹਤ ਦੇ ਖੇਤਰ ਵਿੱਚ ਪਹਿਲਾ ਸੀ, ਉਹਦੇ ਵਿੱਚ ਇਹਦੀ ਗਿਰਾਵਟ ਆਈ ਹੈ ਜੀ। ਜੇਕਰ ਕਾਂਗਰਸ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਸਰਕਾਰ ਦੇ ਵਿੱਚ ਜਿਹੜਾ ਆਪਸੀ ਕਾਟੋ ਕਲੇਸ਼ ਉਹ ਲਗਾਤਾਰ ਜਾਰੀ ਹੈ। ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਨੇ। ਹੁਣ ਸਾਬਕਾ ਪ੍ਰਧਾਨ ਨੇ ਜਿਹੜੇ ਕਾਂਗਰਸ ਦੇ ਪੰਜਾਬ ਤੋਂ ਸੁਨੀਲ ਜਾਖੜ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਟਵੀਟ ਜਾਰੀ ਕੀਤਾ ਜੀ। ਇਹ ਕੱਲ ਦੀ ਗੱਲ ਹੈਗੀ, ਅੱਜ ਦਾ ਨਹੀਂ ਹੈਗਾ, ਇਹ ਕੱਲ ਦੀ ਗੱਲ ਸੀ ਜੀ। ਉਹਨਾਂ ਨੇ ਜਿਹੜਾ ਕੀਤਾ, ਦੇਖੋ ਜਿਹੜੇ ਵਿਚਾਰਕ ਮਤਭੇਦ ਹੈ ਇਹਨਾਂ ਦੇ ਆਪਸ ਵਿੱਚ ਦੀ ਹੈਗੇ ਆ। ਹਰੀਸ਼ ਚੌਧਰੀ ਨੇ ਕਈ ਵਾਰੀ ਯਤਨ ਕੀਤਾ, ਸੁਨੀਲ ਜਾਖੜ ਇੱਕ ਸੀਨੀਅਰ ਆਗੂ ਨੇ ਜੀ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ। ਬੜੇ ਠਰਮੇ ਵਾਲੇ ਨੇ, ਇਮਾਨਦਾਰ ਨੇ, ਇੱਕ ਵੱਡੇ ਖਾਨਦਾਨੀ ਪਰਿਵਾਰ ਨਾਲ ਸੰਬੰਧਿਤ ਰੱਖਦੇ ਨੇ। ਉਹਨਾਂ ਵੱਲੋਂ ਜੇ ਦਰਕਨਾਰ ਕੀਤਾ ਗਿਆ ਤਾਂ ਮਾੜੀ ਗੱਲ ਹੈ। ਹੁਣ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਤੇ ਇਹਨਾਂ ਦੀ ਜਿਹੜੀ ਹਾਈ ਕਮਾਨ ਕਹਿੰਦੇ ਆ ਜਿਹਨੂੰ, ਮੈਨੂੰ ਤਾਂ ਪਤਾ ਨਹੀਂ ਉਹ ਕਿਹੜੀ ਕਮਾਨ ਹੈ, ਕਮਾਨ ਹੈ ਵੀ ਹੈ ਕਿ ਜਾਂ ਬਿਨਾਂ ਰੱਸੀ ਦੀ ਉਹ ਕਮਾਨ ਹੈ। ਤਾਂ ਇਹ ਜਿਹੜਾ ਗੱਲ ਹੋਈ ਹੈ ਇਹ ਮੰਦਭਾਗੀ ਹੈ, ਨਹੀਂ ਹੋਣਾ ਚਾਹੀਦਾ। ਜੇ ਇਹਨਾਂ ਨੇ 2022 ਦੇ ਵਿੱਚ ਕੋਈ ਨਤੀਜਾ ਦੇਣਾ ਤਾਂ ਇਹਨਾਂ ਨੂੰ ਮਿਲ ਕੇ ਚੱਲਣਾ ਪਊਗਾ। ਜੇ ਵੱਖ-ਵੱਖ ਜਿਹੜੇ ਇਹ ਸ਼ਕਤੀ ਕੇਂਦਰ ਬਣ ਗਏ ਤੇ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਇਹ ਕੰਮ ਕਰਨਗੇ, ਜਿੱਤਣ ਵਾਸਤੇ ਇੱਕ ਦਿਸ਼ਾ ਹੋਣੀ ਚਾਹੀਦੀ ਹੈ। ਜੇ ਵੱਖ-ਵੱਖ ਦਿਸ਼ਾਵਾਂ ਵੱਲ ਕੰਮ ਕੀਤਾ ਤਾਂ ਲੋਕਾਂ ਇਹਨਾਂ ਨੂੰ ਘਰੇ ਬਹਾ ਦੇਣਗੇ, ਫਿਰ ਇਹ ਬਹਿ ਕੇ ਆਪਦੀਆਂ ਲੜੀ ਜਾਣ ਤੇ ਕੰਮ ਸਰਕਾਰ ਚਲਾਉਣ ਵਾਲੇ ਨਵੇਂ ਆ ਜਾਣਗੇ ਜੀ। ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾਂ ਲਗਾਤਾਰ ਅਦਾਕਾਰ ਕੰਗਨਾ ਰਣੌਤ ਜਿਹੜੀ ਉਹ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਸੀਗੀ। ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਜਿਹੜੀ ਉਹਦੇ ਖਿਲਾਫ ਪਟੀਸ਼ਨ ਪਾਈ ਗਈ ਹੈ। ਦੇਖੋ ਉਹਦੇ ਖਿਲਾਫ ਕੇਸ ਤਾਂ ਬਹੁਤ ਥਾਵਾਂ ਤੇ ਹੋਏ ਨੇ, ਕਿਉਂਕਿ ਉਹਦਾ ਵੀ ਕੰਨਾਂ ਤੱਕ ਮੂੰਹ ਪੱਟਿਆ ਵਾ ਜੀ। ਕਦੇ ਉਹ ਕੋਈ ਗੱਲ ਕਰਦੀ ਹੈ, ਕਦੇ ਕੋਈ ਗੱਲ ਕਰਦੀ ਹੈ। ਕੱਲ ਦੀ ਜਵਾਕੜੀ ਹੈ, ਇਹਨੂੰ ਪਤਾ ਕੀ ਹੈ, ਇਹਨੂੰ ਸਿੱਖੀਜ਼ਮ ਬਾਰੇ ਕੀ ਪਤਾ ਜਿਹਦੇ ਤੇ ਇਹ ਬਿਆਨਬਾਜ਼ੀ ਜਾਰੀ ਕਰਦੀ ਹੈ। ਤੇ ਕਈ ਥਾਵਾਂ ਦੇ ਉੱਤੇ ਇਹਦੇ ਤੇ ਯੂਥ ਕਾਂਗਰਸ ਨੇ ਵੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸੇ ਨੇ ਵੀ, ਇਸ ਤੋਂ ਇਲਾਵਾ ਕਈਆਂ ਨੇ। ਹੁਣ ਇਹਦੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਪੈ ਗਈ ਹੈ ਜਿਹਦੇ ਅਗਲੇ ਦਿਨਾਂ ਦੇ ਵਿੱਚ ਸੁਣਵਾਈ ਹੋਵੇਗੀ। ਉੱਥੇ ਜਦੋਂ ਇਹ ਆਈ, ਇਹਨੂੰ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਪਊਗੀ। ਇਹ ਜਿਹੜੀ ਥਾਂ-ਥਾਂ ਦੇ ਉੱਤੇ ਪਾਟੇ ਢੋਲ ਵਰਗੀ ਆਵਾਜ਼ ਕੱਢਦੀ ਫਿਰਦੀ ਹੈ, ਇਸ ਤਰ੍ਹਾਂ ਦਾ ਚੰਗਾ ਨਹੀਂ ਹੁੰਦਾ। ਕਦੋਂ ਵੀ ਤੁਸੀਂ ਕੋਈ ਗੱਲ ਕਰਨੀ ਆ ਉਹਨੂੰ ਤੱਥਾਂ ਦੇ ਆਧਾਰ ਤੇ ਰਹਿ ਕੇ ਗੱਲ ਕਰੋ, ਚੰਗੀ ਗੱਲ ਕਰੋ, ਲੋਕਾਂ ਦੇ ਵਿੱਚ ਰਹਿ ਕੇ ਗੱਲ ਕਰੋ, ਲੋਕਾਂ ਦੇ ਮੁਤਾਬਕ ਗੱਲ ਕਰੋ। ਜਦੋਂ ਅਸੀਂ ਪੁੱਠੀਆਂ ਦਿਸ਼ਾਵਾਂ ਦੇ ਵਿੱਚ ਗੱਲ ਕਰਾਂਗੇ ਉਹ ਮਾੜੀ ਹੁੰਦੀ ਹੈ। ਹੁਣ ਸੁਪਰੀਮ ਕੋਰਟ ਦੇ ਵਿੱਚ ਇਹਦੇ ਤੇ ਪਟੀਸ਼ਨ ਪੈ ਗਈ ਹੈ। ਮਾਨਯੋਗ ਸੁਪਰੀਮ ਕੋਰਟ ਉਹਦੇ ਵਿੱਚ ਸੁਣਵਾਈ ਕਰਦੀ ਹੈ। ਕੀ ਹੁੰਦਾ ਇਹ ਅਗਲੀਆਂ ਤਰੀਕਾਂ ਤੇ ਪਤਾ ਲੱਗੇਗਾ ਜੀ। ਜੇਕਰ ਗੱਲ ਕੀਤੀ ਜਾਵੇ ਕਰੋਨਾ ਵਾਇਰਸ ਦੀ, ਕਰੋਨਾ ਵਾਇਰਸ ਪਿਛਲੇ ਸਾਲ ਦੇ ਵਿੱਚ ਆਇਆ ਸੀਗਾ, ਜਿਸ ਦੇ ਕਾਰਨ ਪੂਰੇ ਭਾਰਤ ਦੇ ਵਿੱਚ ਕਾਫੀ ਲੰਮਾ ਸਮਾਂ ਜਿਹੜਾ ਲੋਕਡਾਊਨ ਵੀ ਲੱਗਿਆ ਰਿਹਾ। ਹੁਣ ਕਿਹਾ ਜਾ ਰਿਹਾ ਕਿ ਇਸ ਦਾ ਜਿਹੜਾ ਤੀਸਰਾ ਵਰਜਨ ਆ ਉਹ ਪੰਜਾਬ ਅਤੇ ਭਾਰਤ ਦੇ ਵਿੱਚ ਆ ਚੁੱਕਾ ਹੈ, ਜਿਸ ਨੂੰ ਲੈ ਕੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਜੀ। ਇਹ ਹੈਗਾ ਓਮੀਕਰੋਨ ਜੀ। ਓਮੀਕਰੋਨ ਬਾਰੇ ਲਗਾਤਾਰ ਜਿਹੜਾ ਵਿਸ਼ਵ ਸਿਹਤ ਸੰਸਥਾ ਹੈ ਉਹ ਵੱਖ-ਵੱਖ ਦੇਸ਼ਾਂ ਨੂੰ ਅਲਰਟ, ਚੌਕਸੀ ਜਾਰੀ ਕਰ ਰਹੀ ਹੈ ਕਿ ਇਹ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਜੇ ਤਾਂ ਕਰੋਨਾ ਤੋਂ 100% 100% ਅਸੀਂ ਰਾਹਤ ਨਹੀਂ ਪਾਈ, ਪਰ ਇੱਥੇ ਫਰਕ ਹੈ ਜੀ। ਇਸ ਕਰਕੇ ਜਿਹੜਾ ਮੈਂ ਸਮਝਦਾ ਕਿ ਸਾਨੂੰ ਚਾਹੀਦਾ ਹੈ ਕਿ ਜਿਹੜੀਆਂ ਹਦਾਇਤਾਂ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ, ਜਿਵੇਂ ਪਿਛਲੇ ਸਾਲ ਦੱਸਿਆ ਜਾਂਦਾ ਹੈ ਕਿ 6 ਮਈ ਨੂੰ 4,14,000 ਜਾਂ 41,418 ਗਿਣਤੀ ਹੋਈ ਸੀ। ਫਿਰ ਇਹ ਵੱਧਦੀ ਗਈ। ਇੱਕ ਸਮਾਂ ਇਹੋ ਜਿਹਾ ਆਇਆ 7 ਅਗਸਤ 2020 ਦਾ, ਜਦੋਂ ਕਰੋਨਾ ਦੀ ਦੇਸ਼ ਵਿੱਚ ਪ੍ਰਤੀ ਦਿਨ 20 ਲੱਖ ਤੱਕ ਗਿਣਤੀ ਜਾ ਪਹੁੰਚੀ ਸੀ। ਸੋ ਇਹ ਘਟਦਾ ਗਿਆ। ਹੁਣ ਕਹਿੰਦੇ ਆ ਕਿ ਇਹ 50,000 ਤੋਂ ਵੀ ਥੱਲੇ ਹੈ ਰੋਜ਼ਾਨਾ ਦਾ। ਸੋ ਇਹਦੇ ਤੇ ਅਸੀਂ ਕਾਬੂ ਪਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਥੇ ਵੀ ਵੈਕਸੀਨ ਬਣਾਈ ਗਈ। 2 ਵੈਕਸੀਨ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਉਹ ਚਾਹੀਦਾ ਇਹ ਹੈ ਕਿ ਹਰ ਵਿਅਕਤੀ ਜਿਹਨੇ ਨਹੀਂ ਲਵਾਈ ਉਹਨੂੰ ਲਵਾ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜਾ ਤੀਜੀ ਓਮੀਕਰੋਨ
ਨਾਂ ਦਾ ਜਿਹੜਾ ਵੈਰੀਐਂਟ ਆ ਰਿਹਾ ਹੈਗਾ, ਕੁਝ ਥਾਵਾਂ ਤੋਂ ਆਇਆ ਹੈ। ਉਹਦੇ ਵਿੱਚ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਉਹਦਾ ਵੈਰੀਐਂਟ ਪਾਇਆ ਗਿਆ, ਘੱਟੋ ਘੱਟ ਉਸ ਦੇਸ਼ ਦੇ ਤੋਂ ਜੇ ਕੋਈ ਆਉਂਦਾ ਹੈ ਤਾਂ ਉਹ ਬਕਾਇਦਾ ਉਹਦਾ ਟੈਸਟ ਹੋਣ ਤੋਂ ਪਹਿਲਾਂ ਉਹਨੂੰ ਦਿੱਲੀ ਹਵਾਈ ਅੱਡੇ ਤੇ ਉਤਰ ਨਾ ਦਿੱਤਾ ਜਾਵੇ ਜਾਂ ਬਾਕੀ ਥਾਵਾਂ ਦੇ ਉੱਤੇ ਉਹਦਾ ਬਕਾਇਦਾ ਉਹਦੀ 72 ਘੰਟੇ ਦੀ ਨੈਗੇਟਿਵ ਰਿਪੋਰਟ ਅਤੇ 2 ਹਫ਼ਤਿਆਂ ਦਾ ਉਹਦਾ ਜਿਹੜਾ ਟਰੈਵਲਿੰਗ ਸਿਸਟਮ ਹੈ ਉਹ ਸਾਰੇ ਦੀ ਜਾਂਚ ਯਕੀਨੀ ਬਣਾਈ ਜਾਵੇ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦੇ 'ਤੇ ਚਰਚਾ ਕੀਤੀ। ਹੁਣ ਦੇਖਣਾ ਹੋਵੇਗਾ ਕਿ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਆ ਉਹਦੇ ਵਿੱਚ ਕਿਹੜੇ ਫੈਸਲਿਆਂ 'ਤੇ ਜਿਹੜੀ ਮੋਹਰ ਲੱਗ ਸਕਦੀ ਹੈ, ਪੰਜਾਬ ਦੇ ਲੋਕਾਂ ਨੂੰ ਹੋਰ ਕਿਹੜੀ ਆ ਪੰਜਾਬ ਸਰਕਾਰ ਰਾਹਤ ਦੇ ਸਕਦੀ ਹੈ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।